ਸਤਿਗੁਰਾਂ ਦੇ ਪਾਵਨ ਇਤਿਹਾਸ ਵਿੱਚੋਂ ਆਪ ਜੀ ਬੜੇ ਕੀਮਤੀ ਅੰਸ਼ ਸਰਵਣ ਕਰਦੇ ਆ ਰਹੇ ਹੋ। ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਘਰ ਆ ਗਏ। ਬੇਬੇ ਜੀ ਦੇ ਮਨ ਦੀ ਭਾਵਨਾ ਸੀ ਗੁਰੂ ਸਾਹਿਬ ਘਰ ਆ ਕੇ ਭੋਜਨ ਕਰਨ। ਸਤਿਗੁਰਾਂ ਨੂੰ ਦਰਵਾਜ਼ੇ ਤੇ ਵੇਖ ਤੁਲਸਾਂ ਦਾਸੀ ਨੇ ਰੌਲਾ ਪਾ ਦਿੱਤਾ। ਬੇਬੇ ਜੀ ਪੌੜੀਆਂ ਤੋਂ ਦੌੜ ਕੇ ਆਏ ਨੇ, ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ। ਸਤਿਗੁਰ ਇੱਕਦਮ ਪਿੱਛੇ ਹੋਏ ਨੇ। ਚਰਨਾਂ ਤੇ ਸੀਸ ਰੱਖਣ ਨਾ ਦਿੱਤਾ। ਦੋਨੋਂ ਹੱਥ ਕਰਕੇ ਸਤਿਗੁਰਾਂ ਨੇ ਭੈਣ ਜੀ ਦੇ ਸਿਰ ਨੂੰ ਬੋਚ ਲਿਆ, ਰੋਕ ਲਿਆ। ਨਾਰਾਜ਼ ਹੋ ਕੇ ਆਖਣ ਲੱਗੇ, ਭੈਣ ਜੀ ਅਸੀਂ ਇਸੇ ਕਰਕੇ ਘਰ ਆਉਣਾ ਛੱਡਿਆ, ਅੱਜ ਤੋਂ ਬਾਅਦ ਤੁਹਾਡੇ ਵਿਹੜੇ ਨਹੀਂ ਆਵਾਂਗੇ। ਇੱਕ ਤੁਸੀਂ ਉਮਰ ਵਿੱਚ ਵੱਡੇ ਹੋ, ਰੁਤਬੇ ਵਿੱਚ ਵੱਡੇ ਹੋ, ਇਸ ਮਿੱਟੀ ਦੇ ਸਰੀਰ ਨੂੰ ਮੱਥਾ ਟੇਕ ਤੁਸੀਂ ਸਾਨੂੰ ਸ਼ਰਮਿੰਦਾ ਕਰਦੇ ਹੋ। ਵਕਤੀ ਤੌਰ ਤੇ ਬੇਬੇ ਨਾਨਕੀ ਜੀ ਨੇ ਰਮਜ ਪਛਾਣੀ ਹੈ, ਗੁਰੂ ਪਾਤਸ਼ਾਹ ਤੋਂ ਮਾਫੀ ਮੰਗੀ ਹੈ। ਆਖਣ ਲੱਗੇ, ਸਤਿਗੁਰੂ ਜੀ ਔਗੁਣਾਂ ਨੂੰ ਨਾ ਚਿਤਾਰਿਓ, ਕਰੋ ਕਿਰਪਾ, ਅੰਦਰ ਆਓ। ਗੁਰੂ ਸਾਹਿਬ ਕਹਿੰਦੇ, ਮਰਦਾਨੇ ਆ ਜਿਹੜੇ 20 ਰੁਪਏ ਬੇਬੇ ਜੀਆਂ ਕੋਲੋਂ ਲੈ ਕੇ ਗਿਆ ਸੀ ਵਾਪਸ ਦੇ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਕੁ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ, ਸੁਰਤ ਕਰਕੇ, ਧਿਆਨ ਕਰਕੇ, ਬਿਰਤੀ ਕਰਕੇ ਚੱਲੀਏ ਸੁਲਤਾਨਪੁਰ ਲੋਧੀ। ਗੁਰਦੁਆਰਾ ਬੇਬੇ ਨਾਨਕੀ ਜੀ ਦਾ ਘਰ। ਪਾਓ ਪ੍ਰੇਮ ਦੀ ਸਾਂਝ, ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰਦਾਨਾ ਅਬ ਬੇਬੇ ਜੀ ਕੇ ਦਿਓ ਕਾਰ ਖਿਕ ਜੋ। ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਬੇਅੰਤ ਪਿਆਰੇ ਚੋਜ ਵਰਤਾ ਰਹੇ ਨੇ। ਭਾਈ ਮਰਦਾਨਾ ਜੀ 20 ਰੁਪਏ ਲੈ ਕੇ ਗਏ ਸੀ, ਜੀਬ ਖਰਚਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆਂ ਭੈਣ ਜੀਆਂ ਦੇ 20 ਰੁਪਏ ਵਾਪਸ ਕਰ। ਪਹਿਲਾਂ ਤੇ ਝੜਕਿਆ ਸੀ, ਲਏ ਕਿਉਂ ਨੇ। ਜਿਸ ਵੇਲੇ ਮਰਦਾਨਾ ਜੀ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, 7 ਬਚਨ ਕਹਿ ਕੇ ਆਪਣੀ ਪੋਟਲੀ ਗੰਢ ਖੋਲੀ ਪਰਨੇ ਦੀ, ਰੁਪਈਏ 20 ਕੱਢੇ ਆ। ਉਹਨਾਂ ਸਮਿਆਂ 'ਚ ਰੁਪਈਏ ਸ਼ਬਦ ਨਹੀਂ ਸੀ ਹੁੰਦਾ, ਇਹ ਕਰੰਸੀ ਦਾ ਵਾਚਕ ਹੈ। ਉਦੋਂ ਸ਼ਬਦ ਚੱਲਦਾ ਸੀ ਰਜਤਪਣ ਤੇ ਕਾਰਖਿਕ, ਉਹਨਾਂ ਵੇਲਿਆਂ ਦੀ ਕਰੰਸੀ ਸੀ। ਚਲੋ ਅੱਜ ਦੇ ਅੰਦਾਜ਼ਨ ਸਮਝ ਲਓ 20 ਰੁਪਏ। ਭਾਈ ਮਰਦਾਨਾ ਜੀ ਨੇ 20 ਰੁਪਏ ਆਪਣੇ ਪੱਲੇ ਨਾਲੋਂ ਖੋਲੇ ਆ, ਦੋਨੋਂ ਹੱਥ ਜੋੜ ਭੈਣ ਜੀ ਦੇ ਸਨਮੁਖ ਕੀਤੇ ਨੇ। ਭਨਤ ਨਾਨਕੀ ਜਾਚੇ ਨਾਹੀ, ਦੀਨ ਆਪ ਹੀ ਸੋ। ਅੰਤਰਜਾਮੀ ਬੇਬੇ ਨਾਨਕੀ ਜੀ ਸਾਰੀ ਦਸ਼ਾ ਸਮਝ ਗਏ। ਗੁਰੂ ਪਾਤਸ਼ਾਹ ਨੇ ਇਹ ਬਚਨ ਕਿਉਂ ਆਖਿਆ? ਕਹਿਣ ਲੱਗੇ, ਗਰੀਬ ਨਵਾਜ਼, ਇਹ ਮਾਇਆ, ਇਹ ਪੈਸੇ ਭਾਈ ਮਰਦਾਨਾ ਜੀ ਨੇ ਸਾਡੇ ਤੋਂ ਮੰਗੇ ਨਹੀਂ। ਇਹ ਤੇ ਜੈ ਰਾਮ ਜੀਆਂ ਨੇ ਖੁਸ਼ ਹੋ ਕੇ ਇਹਨਾਂ ਨੂੰ ਆਪਣੀ ਤਰਫ ਤੋਂ ਦਿੱਤੇ ਆ। ਭਾਈ ਮਰਦਾਨਾ ਜੀ ਨੇ ਕੋਈ ਮੰਗ ਨਹੀਂ ਪਾਈ, ਕੋਈ ਸਵਾਲ ਨਹੀਂ ਕੀਤਾ ਵੀ ਜੇ ਮੈਨੂੰ ਪੈਸੇ ਦਓਗੇ ਮੈਂ ਸਤਿਗੁਰਾਂ ਦੇ ਕੋਲ ਤਾਂ ਰਹਿਣਾ ਹੈ। ਬੇਬੇ ਨਾਨਕੀ ਜੀ ਆਖਣ ਲੱਗੇ, ਗਰੀਬ ਨਵਾਜ਼, ਇਹ ਮਾਇਆ ਅਸੀਂ ਹੁਣ ਵਾਪਸ ਲੈਣੀ ਨਹੀਂ।
ਭਗਤ ਨੇ ਹਰ ਕੀ ਬਹੁ ਪਿਆਰੀ, ਕਹਿਓ ਵੱਡੇ ਕੋ ਸੁਨ ਹੈ। ਗੁਰੂ ਨਾਨਕ ਸਾਹਿਬ ਜੀਆਂ ਨੇ ਬੜੇ ਪ੍ਰੇਮ ਦੇ ਬਚਨਾਂ ਨੂੰ ਸੁਣ ਕੇ ਹੱਥ ਜੋੜ ਕੇ ਆਖਿਆ, ਭੈਣੇ ਮੇਰੀਏ ਤੂੰ ਉਸ ਕਰਤੇ ਕਰਤਾਰ ਦੀ ਭਗਤਣੀ ਹੈ। ਉਮਰ ਵਿੱਚ ਤੁਸੀਂ ਸਾਡੇ ਤੋਂ ਵੱਡੇ ਹੋ, ਵਡੇਰੇ ਹੋ। ਅਸੀਂ ਸਦਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਸਦਾ ਤੁਹਾਡੇ ਹੁਕਮ ਵਿੱਚ ਰਹਿਣ ਵਾਲੇ ਹਾਂ। ਪਰ ਇਹਦਾ ਮਤਲਬ ਇਹ ਨਹੀਂ ਜੇ ਅਸੀਂ ਤੁਹਾਡੀ ਸੇਵਾ ਵਿੱਚ ਰਹਿਣ ਵਾਲੇ ਹਾਂ ਤੇ ਤੁਸੀਂ ਸਾਡੇ ਤੇ ਇੰਨੇ ਅਹਿਸਾਨ ਕਰੋਗੇ। ਇਹ ਮਾਇਆ ਵਾਪਸ ਲੈ ਲਓ। ਅਸੀਂ ਹਮੇਸ਼ਾ ਤੁਹਾਡਾ ਅਦਬ ਕਰਦੇ ਹਾਂ, ਸਦਾ ਹੀ ਕਰਦੇ ਰਹਿਣਾ ਏ। ਕੈ ਸੌਂਪੋ ਹਮ ਢਿਗ ਕਰ ਤਾਰਾ, ਭਲੀ ਬਾਤ ਸਭ ਬਨ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖੇ ਨੇ, ਬੇਬੇ ਨਾਨਕੀ ਜੀ ਨੇ ਇਨਕਾਰ ਕੀਤਾ, ਸਤਿਗੁਰੂ ਜੀ ਅਸੀਂ ਇਹ ਮਾਇਆ ਵਾਪਸ ਨਹੀਂ ਲੈਣੀ। ਤੇ ਗੁਰੂ ਸਾਹਿਬ ਕਹਿੰਦੇ ਮੌਜ ਹੈ ਤੁਹਾਡੀ। ਫਿਰ ਸਤਿਗੁਰਾਂ ਨੇ ਇੱਕ ਮੰਗ ਮੰਗੀ, ਕਹਿੰਦੇ ਭੈਣੇ ਸਾਰੀ ਜ਼ਿੰਦਗੀ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਿਆ ਤੇ ਅੱਜ ਮੈਂ ਮੰਗਣ ਲੱਗਿਆ, ਮਨਾ ਨਾ ਕਰਿਓ, ਨਾ ਕਰਿਓ। ਜਦੋਂ ਇਹ ਬਚਨ ਆਖਿਆ ਨਾ, ਬੇਬੇ ਨਾਨਕੀ ਜੀ ਨੇ ਸੁਭਾਵ ਕੀ ਕਹਿਤਾ, ਸਤਿਗੁਰੂ ਜੀ ਅਸੀਂ ਦੇਣ ਵਾਲੇ ਕੀ ਆ, ਸਭ ਕੁਝ ਹੀ ਤੁਹਾਡਾ ਏ, ਇੱਕ ਵਾਰ ਹੁਕਮ ਕਰਕੇ ਤੇ ਵੇਖੋ। ਸਤਿਗੁਰ ਪਤਾ ਕੀ ਕਹਿੰਦੇ ਆ, ਕਹਿੰਦੇ ਬੇਬੇ ਜੀ ਅੱਜ ਆਪਣੀ ਰਸਨਾ ਤੋਂ ਇਹ ਬਚਨ ਕਹਿ ਦਿਓ, ਨਾਨਕ ਜੀ ਅੱਜ ਤੋਂ ਅਸੀਂ ਤੁਹਾਨੂੰ ਰੱਬ ਨੂੰ ਸੌਂਪ ਦਿੱਤਾ। ਆਖੋ ਸਤਨਾਮ, ਮੈਂ ਆਪਣਾ ਵੀ ਰੱਬ ਨੂੰ ਦੇਤਾ। ਇਹ ਬਚਨ ਸੁਣ ਕੇ ਬੇਬੇ ਨਾਨਕੀ ਭਾਵੁਕ ਹੋ ਗਏ। ਕੀ ਕਹਾ ਰਹੇ ਨੇ ਗੁਰੂ ਸਾਹਿਬ, ਸਹਿਜ ਸੁਭਾ ਸਤਿਗੁਰਾਂ ਨੇ ਬਚਨ ਆਖੇ ਨੇ, ਭਨਤ ਨਾਨਕੀ ਜਾਣਤ ਹੋਗੇ, ਇਹ ਮੁਝ ਭਰਤ ਜਾਣੇ। ਬੇਬੇ ਨਾਨਕੀ ਜੀ ਆਖਣ ਲੱਗੇ, ਸਤਿਗੁਰੂ ਮਤ ਜਾਣਿਓ ਕਿਤੇ ਮੈਂ ਤੁਹਾਨੂੰ ਭਰਾ ਸਮਝਿਆ, ਇਹ ਵੀ ਤੁਹਾਡਾ ਚੋਜ ਹੈ। ਵੇਖੋ ਕਿੱਡੀ ਵੱਡੀ ਖੇਡ ਖੇਡ ਗਏ। ਸਤਿਗੁਰ ਕਹਿੰਦੇ ਇਹ ਕਹਿ ਦਿਓ ਵੀ ਮੈਂ ਆਪਣਾ ਵੀ ਰੱਬ ਨੂੰ ਸੌਂਪਿਆ। ਤੇ ਅੰਤਰਜਾਮੀ ਬੇਬੇ ਜੀ ਕਹਿੰਦੇ ਸਤਿਗੁਰੂ ਰੱਬ ਨੂੰ ਸੌਂਪਿਆ ਨਹੀਂ, ਮੇਰਾ ਵੀਰ ਹੀ ਰੱਬ ਹੈ। ਆਖੋ ਸਤਨਾਮ। ਦੋਨਾਂ ਗੱਲਾਂ 'ਚ ਹੀ ਫਰਕ ਹੈ, ਤੂੰ ਰੱਬ ਵਰਗਾ ਹੈ ਜਾਂ ਤੂੰ ਰੱਬ ਹੈ। ਸਤਿਗੁਰ ਤੇ ਕਹਿੰਦੇ ਸੀ ਅਸੀਂ ਸੇਵਕਾਂ ਪਰਮਾਤਮਾ ਦੇ, ਕਹਿ ਦਿਓ ਆਪਣੀ ਰਸਨਾ ਤੋਂ ਵੀਰੇ ਤੈਨੂੰ ਮੈਂ ਰੱਬ ਨੂੰ ਦੇਤਾ, ਤੂੰ ਰੱਬ ਦਾ ਪਿਆਰਾ ਹੈ। ਪਰ ਭੈਣ ਜੀ ਕਹਿੰਦੇ ਸਤਿਗੁਰੂ ਮੈਂ ਤੇ ਭਰਾ ਤੁਹਾਨੂੰ ਮੰਨਿਆ ਹੀ ਕਦੇ ਨਹੀਂ, ਸਦਾ ਹੀ ਤੁਹਾਨੂੰ ਰੱਬ ਦੀ ਨਜ਼ਰ ਨਾਲ ਵੇਖਿਆ ਏ। ਪਰਮ ਰੂਪ ਪਰਮੇਸ਼ਰ ਬਪ ਤੁਮ, ਪੂਰਨ ਪੁਰਖ ਪੁਰਾਨੇ। ਤੁਸੀਂ ਆਪ ਪਰਿਪੂਰਨ ਪਰਮਾਤਮਾ ਹੋ। ਆ ਸਰੀਰ ਵੀ ਤੁਸੀਂ ਇੱਕ ਖੇਡ ਬਣਾ ਕੇ ਧਾਰਨ ਕੀਤਾ ਹੋਇਆ ਸੰਸਾਰ ਵਿੱਚ। ਸ੍ਰਿਸ਼ਟੀ ਰਚਣ ਵਾਲੇ ਤੁਸੀਂ ਹੋ, ਸ੍ਰਿਸ਼ਟੀ ਨੂੰ ਵਿਨਾਸ਼ ਕਰਨ ਵਾਲੇ ਤੁਸੀਂ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕੌਣ ਹੈ ਜਿਹੜਾ ਤੁਹਾਨੂੰ ਨਹੀਂ ਜਾਣਦਾ? ਖੰਡਾਂ ਬ੍ਰਹਿਮੰਡਾਂ ਦੀ ਦੁਨੀਆ ਤੁਹਾਨੂੰ ਜਾਣਦੀ ਹੈ। ਤੁਹਾਡੇ ਇੱਕ ਇੱਕ ਕੇਸ ਵਿੱਚ, ਇੱਕ ਇੱਕ ਰੋਮ ਵਿੱਚ ਕਰੋੜਾਂ ਖੰਡ ਬ੍ਰਹਿਮੰਡ ਹਨ। ਆਖੋ ਸਤਨਾਮ। ਤੁਸੀਂ ਏਡਾ ਡਾਢਾ ਹੈ, ਤੁਸੀਂ ਇੰਨੇ ਵੱਡੇ ਹੋ, ਅਸੀਂ ਕੌਣ ਹਾਂ ਤੁਹਾਨੂੰ ਸੌਂਪਣ ਵਾਲੇ। ਬਾਰੰਬਾਰ ਕਹੋ ਨਾ ਮੋਤੇ, ਸੁਸਾਕਾਰ ਕਰ ਲੀਜੈ। ਤੇ ਗੁਰੂ ਸਾਹਿਬ ਨੇ ਫਿਰ ਇਸ ਬਚਨ ਨੂੰ ਡਾਇਵਰਟ ਕੀਤਾ ਬੜੇ ਧਿਆਨ ਨਾਲ। ਦੇਖੋ ਗੱਲ ਕੀ ਚੱਲਦੀ ਸੀ, ਭਾਈ ਮਰਦਾਨਾ ਜੀ ਦੇ ਪੈਸੇ ਲੈ ਲਓ, ਤੁਸੀਂ ਦਿੱਤੇ ਆ। ਫਿਰ ਉਹਨਾਂ ਵਿੱਚ ਵਿਚਾਲੇ ਚੱਲਦੀ ਗੱਲ 'ਚ ਇੱਕ ਗੱਲ ਕਹਾ ਲਈ, ਭੈਣ ਜੀ ਇਹ ਕਹਿ ਦਿਓ ਵੀ ਮੈਂ ਆਪਣਾ ਵੀ ਰੱਬ ਨੂੰ ਸੌਂਪਤਾ। ਇਹ ਬਹੁਤ ਵੱਡੀ ਖੇਡ ਹੈ, ਇਤਿਹਾਸ ਦਾ ਬਹੁਤ ਵੱਡਾ ਮੋੜ ਹੈ ਇਹ ਬਚਨ ਸਤਿਗੁਰਾਂ ਦੇ। ਜਦੋਂ ਭੈਣ ਜੀ ਉਸ ਬਾਰੇ ਸੋਚ ਰਹੇ ਸੀ ਤੇ ਸਤਿਗੁਰਾਂ ਫੇਰ ਕਹਿਤਾ, ਭੈਣ ਜੀ ਵਾਰ-ਵਾਰ ਨਾ ਕਹਾਓ, ਭਾਈ ਮਰਦਾਨਾ ਜੀ ਤੋਂ ਮਾਇਆ ਵਾਪਸ ਲਓ। ਇਹ ਮਾਇਆ ਸਾਡੇ ਲਈ ਬੜਾ ਵੱਡਾ ਭਾਰ ਹੈ, ਦਰਗਾਹ ਤੱਕ ਲੇਖਾ ਹੋਣਾ ਨਹੀਂ। ਮਰਦਾਨਾ ਨਿਜ ਬੰਸ ਮਰਾਸੀ, ਪੁੰਨਿਆ ਵੇ ਤਵ ਦੀਜੈ। ਅੱਜ ਇਹ ਮਾਇਆ ਵਾਪਸ ਲੈ ਲਓ। ਫੇਰ ਜਦੋਂ ਭਾਈ ਮਰਦਾਨਾ ਜੀ ਵਾਪਸ ਆਉਣਗੇ, ਸਾਡੀ ਵੰਸ਼ ਦੇ ਮਰਾਸੀ ਨੇ, ਇਹਨਾਂ ਨੂੰ ਰੋਜੀ ਰੋਟੀ ਦੇਣੀ, ਇਹਨਾਂ ਨੂੰ ਪਦਾਰਥ ਦੇਣੇ, ਮਾਣ ਸਤਿਕਾਰ ਕਰਨਾ, ਭੈਣ ਜੀ ਇਹ ਸਾਡੀ ਕੁੱਲ ਦਾ ਫਰਜ਼ ਹੈ। ਜਿੱਦਣ ਭਾਈ ਮਰਦਾਨਾ ਜੀ ਵਾਪਸ ਆਉਣਗੇ, ਮਾਇਆ ਉਸ ਦਿਨ ਦੇ ਦਿਓ। ਵੇਖੋ ਬਚਨ ਕਿੱਡੇ ਗਹਿਰੇ ਆ, ਜਿਸ ਦਿਨ ਆਉਣਗੇ ਮਤਲਬ ਕਿਤੇ ਦੂਰ ਚੱਲੇ ਨੇ। ਆਖੋ ਸਤਨਾਮ। ਬਚਨਾ ਵਿੱਚ ਹੀ ਸਮਝਾ ਗਏ।
ਆ ਜਿਹੜਾ ਬਚਨ ਕਿਹਾ ਨਾ ਭੈਣ ਜੀ ਸਾਨੂੰ ਰੱਬ ਨੂੰ ਸੌਂਪ ਦਿਓ, ਇਹ ਬਹੁਤ ਗਹਿਰਾ ਏ। ਇਸ ਬਚਨ ਦਾ ਖਮਿਆਜਾ ਭੁਗਤਣਾ ਪੈਣਾ ਹੈ। ਬੇਬੇ ਨਾਨਕੀ ਇਸ ਬਚਨ ਨੂੰ ਕਹਿ ਤੇ ਦੇਣਗੇ, ਪਰ ਵਿਛੋੜਾ ਸਹਿਣਗੇ ਕਿਵੇਂ, ਇਹ ਰੱਬ ਹੀ ਜਾਣਦਾ ਏ। ਸੁਸ਼ਾ ਕਬੈ ਨ ਭੇਜੋ ਜਾਂ ਕੋ, ਤੂੰ ਬੇਦੀ ਕੁਲ ਤਨੀਆਂ। ਇੰਨੇ ਬਚਨਾਂ ਤੋਂ ਬਾਅਦ ਸਤਿਗੁਰੂ ਜੀ ਸੁਭਾਵਿਕ ਗੱਲਾਂ ਤੇ ਆ ਗਏ ਸੰਸਾਰੀ ਤੇ। ਤੁਸੀਂ ਬੇਦੀ ਕੁਲ ਦੀ ਧੀ ਹੋ, ਲੜਕੀ ਹੋ, ਪੁੱਤਰੀ ਹੋ। ਤੁਸੀਂ ਕਦੇ ਵੀ ਕਿਸੇ ਨੂੰ ਆਪਣੇ ਘਰ ਤੋਂ ਖਾਲੀ ਨਹੀਂ ਮੋੜਿਆ। ਭਾਈ ਮਰਦਾਨਾ ਜਦ ਵੀ ਤੁਹਾਡੇ ਘਰੇ ਆਇਆ ਕੁਝ ਨਾ ਕੁਝ ਲੈ ਕੇ ਗਿਆ ਤੇ ਲੈ ਕੇ ਜਾਏਗਾ। ਪਰ ਬੇਬੇ ਜੀ ਅੱਜ ਇਹ ਮਾਇਆ ਵਾਪਸ ਲੈ ਲਓ। ਇੱਥੇ ਨਾ ਕਈ ਵਾਰ ਆਪਾਂ ਬੇਬੇ ਸ਼ਬਦ ਸੁਣਦੇ ਆ। ਮੈਂ ਅੱਗੇ ਵੀ 2-3 ਵਾਰ ਬੇਨਤੀ ਕੀਤੀ, ਬੇਬੇ ਸ਼ਬਦ ਦਾ ਅਰਥ ਹੁੰਦਾ ਭੈਣ। ਪਾਕਿਸਤਾਨ ਵਿੱਚ ਅੱਜ ਵੀ ਭੈਣ ਨੂੰ ਬੇਬੇ ਕਹਿੰਦੇ ਆ, ਸ਼ੇਖੂਪੁਰੀਏ। ਇਹ ਇਲਾਕੇ ਦੀ ਬੋਲੀ ਹੈ। ਤੇ ਮਾਲਵੇ ਵਾਲੇ ਬੇਬੇ ਕਹਿੰਦੇ ਆ ਦਾਦੀ ਨੂੰ, ਮਾਂ ਵੱਡੀ ਨੂੰ। ਗੁਰੂ ਨਾਨਕ ਸਾਹਿਬ ਆਖਣ ਲੱਗੇ ਬੇਬੇ ਜੀ ਅੱਜ ਦੀ ਮਾਇਆ ਵਾਪਸ ਲੈ ਲਓ, ਦੋਨੋਂ ਹੱਥ ਜੋੜਦੇ ਆ। ਸ਼੍ਰੀ ਚੰਦ ਨਿਜ ਕੋਛਰ ਪਾਇਓ, ਤਦਪ ਦੇਵਨ ਬਣਿਆ। ਭੈਣ ਜੀ ਕਹਿੰਦੇ ਸਤਿਗੁਰੂ ਅਸੀਂ ਮਾਇਆ ਵਾਪਸ ਨਹੀਂ ਲੈਣੀ। ਕਿੰਨੀ ਵਾਰ ਕਹਿ ਦਿੱਤਾ ਤੁਹਾਨੂੰ, ਵਚਨ ਵੀ ਮੋੜਨਾ ਨਹੀਂ ਹੈ। ਕਿਉਂ ਦੇ ਰਹੇ ਹੋ ਮਾਇਆ ਵਾਪਸ? ਗੁਰੂ ਸਾਹਿਬ ਕਹਿੰਦੇ ਅਸੀਂ ਤੁਹਾਡੀ ਗੋਦ ਵਿੱਚ ਸ੍ਰੀ ਚੰਦ ਜੀ ਨੂੰ ਪਾਇਆ ਹੋਇਆ ਹੈ। ਹੁਣ ਤੋਂ ਲੈ ਕੇ ਪਹਿਲਾਂ ਤੱਕ, ਅੱਜ ਤੋਂ ਲੈ ਕੇ ਆਉਣ ਵਾਲੇ ਸਮੇਂ ਤੱਕ ਸਾਰੇ ਖਰਚੇ ਤੁਸੀਂ ਕਰ ਰਹੇ ਹੋ। ਭੈਣ ਜੀ ਅਸੀਂ ਤੁਹਾਨੂੰ ਦੇਣ ਵਾਲੇ ਹਾਂ, ਦੇਣਦਾਰ ਹਾਂ ਤੁਹਾਡੇ। ਤੁਸੀਂ ਸਾਡੇ ਬੱਚੇ ਨੂੰ, ਪੁੱਤਰ ਨੂੰ ਪਾਲ ਰਹੇ ਹੋ। ਇੱਕ ਤੁਸੀਂ ਸਾਨੂੰ ਮਾਇਆ ਦੇ ਰਹੇ ਹੋ। ਸ਼ਰਮਿੰਦਗੀ ਵਾਲੀ ਗੱਲ ਹੈ। ਹੋਰ ਕਰ ਹਰਖ ਰਜਾਏ ਪਨੀਜੈ, ਹੇਰੋ ਦੇਸ਼ ਬਦੇਸ਼ਾ। ਕਿਰਪਾ ਕਰਕੇ ਮਾਇਆ ਵਾਪਸ ਲਵੋ। ਕਿਉਂਕਿ ਜੇ ਤੁਸੀਂ ਬਾਬਾ ਸ੍ਰੀ ਚੰਦ ਨੂੰ ਗੋਦ ਨਾ ਲਿਆ ਹੁੰਦਾ, ਪਰਵਰਿਸ਼ ਨਾ ਕਰਦੇ ਹੁੰਦੇ, ਅਸੀਂ ਕਦੇ ਮਾਇਆ ਨਾ ਮੋੜਦੇ। ਬੇਬੇ ਜੀ ਕਹਿੰਦੇ ਸਤ ਬਚਨ। ਜਦੋਂ ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਆ, ਫਿਰ ਬਚਨ ਨਹੀਂ ਮੋੜਿਆ ਜਾ ਸਕਦਾ। ਇਹਨਾਂ ਬਚਨਾਂ ਦੇ ਵਿੱਚ ਹੀ ਸਤਿਗੁਰ ਕਹਿੰਦੇ ਬੇਬੇ ਜੀ ਫਿਰ ਸਾਨੂੰ ਹੁਣ ਇੱਕ ਆਗਿਆ ਦੇ ਦਿਓ। ਕਹਿੰਦੇ ਕਾਹਦੀ? ਅਸੀਂ ਦੇਸ਼ ਵਿਦੇਸ਼ ਘੁੰਮਣਾ ਚਾਹੁੰਦੇ ਆ। ਆਖੋ ਸਤਨਾਮ। ਇਹ ਪ੍ਰਸੰਗ ਵੱਡਾ ਕਿਉਂ ਹੈ? ਉਦਾਸੀਆਂ ਤੇ ਜਾਣ ਦੀ ਆਗਿਆ ਸਤਿਗੁਰ ਮੰਗ ਰਹੇ ਆ। ਅੱਜ ਤੋਂ ਬਾਅਦ ਜਿਹੜੀ ਕਥਾ ਹੋਣੀ ਹੈ ਨਾ, ਬਸ ਫਿਰ ਦੁਨੀਆ ਦੇ ਭਾਂਪੜ ਕੱਢਦੀ ਜਾਊਗੀ। ਕਿੰਨਿਆਂ ਦੇ ਉਧਾਰ ਮਰਜ ਨੇ ਕਰਨੇ ਆ। ਹੁਣ ਉਸ ਰਾਹ ਤੇ ਚੱਲਣਾ ਹੈ। ਗੁਰੂ ਪਾਤਸ਼ਾਹ ਕਹਿੰਦੇ ਬੇਬੇ ਜੀ, ਭੈਣ ਜੀ ਸਾਨੂੰ ਆਗਿਆ ਦਿਓ, ਅਸੀਂ ਦੇਸ਼ਾਂ ਵਿਦੇਸ਼ਾਂ ਦੀ ਅੱਜ ਤੋਂ ਸੈਰ ਕਰਨੀ ਚਾਹੁੰਦੇ ਹਾਂ। ਮਹਿ ਚਿੰਤਾ ਚਿਤ ਬੀਚ ਵਿਚਰੀਏ, ਧਰੋ ਧੀਰ ਤਰ ਜੈਸਾ। ਸਤਿਗੁਰਾਂ ਦੇ ਵਚਨਾਂ ਨੂੰ ਸੁਣ ਕੇ ਭੈਣ ਜੀ ਦੇ ਨੇਤਰਾਂ 'ਚੋਂ ਅਥਰੂ ਆ ਗਏ। ਵਿਰਾਗ ਦੇ ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਧੀਰਜ ਰੱਖੋ, ਅਸੀਂ ਕਿਤੇ ਦੂਰ ਨਹੀਂ ਜਾ। ਹੌਸਲਾ ਰੱਖਿਓ, ਹੌਸਲੇ ਦੇ ਨਾਲ ਤੋਰਿਓ। ਸਿਮਰੋ ਜਬ ਆਵੋ ਤਤਕਾਲਾ, ਕੂਰ ਨ ਜਾਨੋ ਬੈਨਾ। ਤੇ ਰਾਈ ਮਾਤਰ ਵੀ ਇਸ ਗੱਲ ਵਿੱਚ ਝੂਠ ਨਾ ਜਾਣੋ। ਜਦ ਵੀ ਤੁਸੀਂ ਸਾਨੂੰ ਯਾਦ ਕਰੋਗੇ, ਚੇਤੇ ਕਰੋਗੇ, ਭੈਣ ਜੀ ਇੱਕ ਅੱਖ ਦੇ ਫਰਕੇ ਵਿੱਚ ਤੁਹਾਡੇ ਕੋਲ ਆ ਜਾਾਂਗੇ। ਆਖੋ ਸਤਨਾਮ। ਕਿਸੇ ਧਰਤੀ ਤੇ ਹੋਈਏ, ਕਿਸੇ ਦੇਸ਼ ਵਿਦੇਸ਼ ਵਿੱਚ ਹੋਈਏ, ਇਹ ਵਾਅਦਾ ਕਰਕੇ ਚੱਲੇ। ਪਰ ਗੁਰੂ ਸਾਹਿਬ ਜਾਣਦੇ ਆ ਭੈਣ ਜੀ ਆਗਿਆ ਨਹੀਂ ਦੇਣਗੇ। ਉਹਨਾਂ ਨੇ ਤੇ ਭਾਈ ਮਰਦਾਨੇ ਨੂੰ ਨਹੀਂ ਜਾਣ ਦਿੱਤਾ। ਮਰਦਾਨਿਆ ਤੂੰ ਚਲਿਆ ਜਾਏਗਾ, ਮੇਰੇ ਵੀਰ ਇਕੱਲੇ ਰਹਿ ਜਾਣਗੇ, ਸਾਡੇ ਕੋਲ ਤੇ ਖਬਰਸਾਰ ਵੀ ਨਹੀਂ ਆਉਣੀ। ਪਰ ਗੁਰੂ ਸਾਹਿਬ ਨੇ ਸਹਿਜ ਸੁਭਾਅ ਭੈਣ ਜੀ ਤੋਂ ਅੱਜ ਕੀ ਕੁਝ ਮੰਗਿਆ ਏ। ਸੁਨਤ ਸੋਦਰੀ ਸਹਿਤ ਸੁਨੇਹਾ, ਸਕਲ ਬਚਨ ਗੁਣ ਐਨਾ। ਸਤਿਗੁਰ ਸੱਚੇ ਪਾਤਸ਼ਾਹ ਸਿੰਘਾਸਣ ਤੇ ਬੈਠੇ ਆ, ਬੇਬੇ ਨਾਨਕੀ ਜੀ ਪੀੜੇ ਤੇ ਬੈਠੇ ਆ। ਸਤਿਗੁਰਾਂ ਦੇ ਬਚਨ ਸੁਣ ਕੇ ਨਾ ਦੁਪੱਟੇ 'ਚ ਮੁੱਖ ਛੁਪਾ ਲਿਆ, ਭੁੱਬੇ ਹੀ ਰੋਏ, ਅੰਦਰੋਂ ਅੰਦਰ ਰੋ ਰਹੇ ਆ ਵੀ ਸਤਿਗੁਰ ਅੱਜ ਉਹ ਕਹਿੰਦੇ ਆ ਜੋ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਚਾਹੁੰਦੇ। ਭੈਣ ਨਹੀਂ ਸੀ ਚਾਹੁੰਦੀ ਮੇਰਾ ਵੀਰ ਕਦੇ ਮੇਰੀਆਂ ਅੱਖਾਂ ਤੋਂ ਦੂਰ ਹੋਵੇ, ਕਦੇ ਸਾਵੇ ਹੋਵੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਐਡਾ ਵੱਡਾ ਫੈਸਲਾ ਸੁਣਾਤਾ, ਸਾਨੂੰ ਆਗਿਆ ਦਿਓ, ਅਸੀਂ ਜਾਣਾ ਚਾਹੁੰਦੇ ਹਾਂ। ਜਾਣਾ ਵੀ ਦੂਰ ਹੈ, ਕਿਸ ਦੇਸ਼ ਵਿੱਚ ਜਾਣਾ ਹੈ, ਕਿਹੜੇ ਵਿਦੇਸ਼ ਵਿੱਚ ਜਾਣਾ ਹੈ, ਇਹ ਵੀ ਕੋਈ ਦੱਸਿਆ ਨਹੀਂ। ਰਹਿਤ ਇਹ ਜੇ ਸਦਨ ਨਾਵੋ,
ਤਦਪਿ ਤੇਰ ਵਾਸੋ। ਬੇਬੇ ਨਾਨਕੀ ਜੀ ਰੋ ਕੇ ਕਹਿਣ ਲੱਗੇ, ਸਤਿਗੁਰ ਜੀ ਤੁਸੀਂ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਹੋ, ਇੱਥੇ ਰਹਿੰਦਿਆਂ ਘਰ ਨਹੀਂ ਸੀ ਆਉਂਦੇ, ਸਾਡੀ ਤੇ ਜਾਨ ਉਦੋਂ ਨਿਕਲਦੀ ਸੀ। ਮੈਂ ਬੜਿਆਂ ਨੂੰ ਕਹਿਣਾ, ਕਦੇ ਆਪਣੇ ਪਤੀ ਨੂੰ ਕਹਿਣਾ ਗੁਰੂ ਸਾਹਿਬ ਨੂੰ ਲੈ ਆਓ, ਕਦੇ ਭਾਈ ਬਾਲਾ ਜੀ ਦੀਆਂ ਮਿੰਨਤਾਂ ਕਰਨੀਆਂ, ਬਾਲਿਆ ਸਤਿਗੁਰਾਂ ਨੂੰ ਘਰ ਲੈ ਆ, ਕਦੇ ਭਾਈ ਮਰਦਾਨੇ ਨੂੰ ਕਹਿਣਾ, ਮਰਦਾਨਿਆ ਗੁਰੂ ਸਾਹਿਬ ਨੂੰ ਬੇਨਤੀ ਕਰ ਘਰੇ ਆ ਜਾਣਗੇ। ਮਰਜ ਅਸੀਂ ਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਇੱਥੇ ਧੀਰਜ ਨਹੀਂ ਰੱਖ ਸਕਦੇ, ਸਾਨੂੰ ਤੇ ਘਰ ਰਹਿੰਦਿਆਂ ਵੀ ਹੌਸਲਾ ਹੁੰਦਾ ਨਹੀਂ। ਓ ਅਧੀਰ ਬਦੀਸ਼ ਗਏ ਤੇ ਸੁਣੋ ਨਾ ਪਿੱਖਿਓ ਪਾਸੋ। ਪਾਤਸ਼ਾਹ ਕਿਵੇਂ ਭੇਜ ਦਈਏ ਆਪ ਜੀ ਨੂੰ ਵਿਦੇਸ਼ ਦੇ ਵਿੱਚ, ਇੰਨੇ ਨੂੰ ਜੈ ਰਾਮ ਜੀ ਆ ਗਏ ਘਰੇ, ਵੇਖ ਰਹੇ ਆ, ਬੜੇ ਹੈਰਾਨ ਨੇ। ਸਤਿਗੁਰਾਂ ਨੇ ਫੈਸਲਾ ਲਿਆ। ਭੈਣ ਨਾਨਕੀ ਮਿੰਨਤਾਂ ਕਰਕੇ ਕਹਿੰਦੇ, ਮਹਾਰਾਜ ਜਿਨ੍ਹਾਂ ਦੇਸ਼ਾਂ ਵਿਦੇਸ਼ਾਂ ਨੂੰ ਅਸੀਂ ਨਹੀਂ ਵੇਖਿਆ ਤੁਸੀਂ ਨਹੀਂ ਜਾਓਗੇ, ਕੀ ਪਤਾ ਉੱਥੋਂ ਦੇ ਲੋਕ ਕਿਹੋ ਜਿਹੇ ਹੋਣੇ, ਕਿਹੋ ਜਿਹਾ ਵਾਤਾਵਰਨ ਹੋਏਗਾ, ਕਿਹੋ ਜੀ ਦੁਨੀਆ ਹੋਏਗੀ, ਕਿਹੋ ਜਿਹੇ ਹਾਲ ਚਾਲ ਹੋਣਗੇ ਤੇ ਕਿਹੋ ਜਿਹਾ ਮਾਹੌਲ ਹੋਏਗਾ। ਅਸੀਂ ਤੁਹਾਨੂੰ ਖੋਣਾ ਨਹੀਂ ਚਾਹੁੰਦੇ। ਅੰਦਰ ਦੀ ਪੀੜਾ ਸੀ, ਅੰਦਰ ਦਾ ਦਰਦ ਸੀ, ਕਿਤੇ ਸਤਿਗੁਰਾਂ ਦਾ ਵਿਛੋੜਾ ਨਾ ਹੋ ਜੇ। ਬੇਬੇ ਨਾਨਕੀ ਜੀ ਰੋ ਰੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ ਨੇ, ਮਹਾਰਾਜ ਆਪਣੀ ਧਰਤੀ ਚੰਗੀ ਹੈ, ਇਹਨੂੰ ਛੱਡ ਕੇ ਜਾਵੋ ਨਾ। ਤਜ ਕਰ ਮੋਹ ਜਾਤੇ ਹੋ ਹਮਰਾ, ਕਿਉਂ ਭਾਵੈ ਉਰ ਤੇਰੇ। ਭੈਣ ਜੀ ਦੇ ਬਚਨਾਂ ਨੂੰ ਸੁਣ ਕੇ ਹੁਣ ਸਤਿਗੁਰ ਨਹੀਂ ਬੋਲੇ। ਆਖਰਕਾਰ ਬੇਬੇ ਨਾਨਕੀ ਜੀ ਨੂੰ ਕਹਿਣਾ ਪਿਆ ਰੋ ਰੋ ਕੇ, ਸਤਿਗੁਰੂ ਸਾਡਾ ਮੋਹ ਛੱਡ ਕੇ ਚੱਲੇ ਹੋ। ਮੋਹ ਦੁਨੀਆ ਵਾਲਾ ਮੋਹ ਨਹੀਂ ਹੈ, ਇੱਥੇ ਭੈਣ ਤੇ ਭਰਾ ਦਾ ਇੱਕ ਪਿਆਰ ਸੀ ਰੱਬ ਵਾਲਾ। ਭੈਣ ਜੀ ਕਹਿੰਦੇ, ਸਤਿਗੁਰੂ ਸਾਡਾ ਮੋਹ ਛੱਡ ਕੇ ਚਲੇ ਜਾਓਗੇ, ਨਰਮੋਹੇ ਹੋ ਜਾਓਗੇ, ਸਾਨੂੰ ਕਦੇ ਤੁਸੀਂ ਯਾਦ ਚੇਤੇ ਕਰਨਾ ਵੀ ਨਹੀਂ। ਸਭ ਮਨ ਕੀ ਤੁਮ ਜਾਣ ਬੂਝ ਕੇ, ਕਿਉਂ ਨਾ ਰਹੋ ਟਿਗ ਮੇਰੇ। ਐ ਸਤਿਗੁਰੂ ਸਭ ਕੁਝ ਤੁਸੀਂ ਦਿਲ ਦਾ ਜਾਣਦੇ ਹੋ, ਤੁਹਾਡੇ ਤੋਂ ਕੁਝ ਛੁਪਿਆ ਨਹੀਂ, ਕਿਉਂ ਸਾਡੇ ਕੋਲ ਨਹੀਂ ਰਹਿੰਦੇ? ਕੀ ਗੁਨਾਹ ਸਾਡੇ ਤੋਂ ਹੋ ਗਿਆ, ਕਿਹੜੀਆਂ ਗਲਤੀਆਂ ਅਸੀਂ ਕਰ ਬੈਠੇ ਜਿਨ੍ਹਾਂ ਦੀ ਤੁਸੀਂ ਸਜ਼ਾ ਦੇ ਰਹੇ ਹੋ? ਕਿਉਂਕਿ ਭੈਣ ਜੀ ਨੇ ਇੱਕ ਦਿਨ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਤੋਂ ਦੂਰ ਪਿੰਡੋਂ ਨਹੀਂ ਜਾਣ ਦਿੱਤਾ। ਵਿਆਹ ਤੋਂ ਬਾਅਦ ਵੀ ਸਤਿਗੁਰ ਕੇਵਲ 30 ਦਿਨਾਂ ਲਈ, 1 ਮਹੀਨੇ ਲਈ ਆਪਣੇ ਪਿੰਡ ਗਏ ਸੀ ਤੇ ਵਾਪਸ ਆ ਗਏ ਸੀ। ਜਦੋਂ ਤੋਂ ਪਿਤਾ ਜੀ ਨੇ ਥੱਪੜ ਮਾਰਿਆ ਨਾ, ਬੇਬੇ ਜੀ ਕਦੇ ਵੀ ਆਪਣੇ ਵੀਰ ਦਾ ਇੱਕ ਪਲ ਦਾ ਵਸਾਹ ਨਹੀਂ ਸੀ ਕਰਦੇ। ਬੇਸ਼ੱਕ ਉਹ ਸੁਲਤਾਨਪੁਰ ਲੋਧੀ ਦੇ ਜੰਗਲਾਂ 'ਚ ਬੈਠੇ ਆ, ਪਰ ਭੈਣ ਦੇ ਹਿਰਦੇ 'ਚ ਰਹਿੰਦੇ ਸੀ। ਆਉਂਦੇ ਜਾਂਦੇ ਮੁਸਾਫਰ ਦੱਸਦੇ, ਸਤਿਗੁਰ ਕਿੱਥੇ ਬੈਠੇ, ਕਮ ਸੇ ਕਮ ਨੇੜੇ ਤਾਂ ਸੀ ਨਾ ਗੁਰੂ ਸਾਹਿਬ। ਅੱਜ ਉਹ ਤਰਲਾ ਕਰਦੇ ਆ, ਮਹਾਰਾਜ ਤੁਸੀਂ ਸਾਡੇ ਦਿਲ ਦੀ ਦਸ਼ਾ ਨੂੰ ਜਾਣਦੇ ਹੋ, ਤੁਹਾਨੂੰ ਪਤਾ ਹੈ ਅਸੀਂ ਇੱਕ ਪਲ ਤੁਹਾਨੂੰ ਦੇਖੇ ਬਿਨਾਂ ਰਹਿ ਨਹੀਂ ਸਕਦੇ, ਇੱਕ ਘੜੀ ਤੁਹਾਡੇ ਵਾਜੋ ਬਤੀਤ ਨਹੀਂ ਹੁੰਦੀ, ਫੇਰ ਵੀ ਛੱਡ ਕੇ ਚੱਲੇ ਹੋ। ਚਾਹੀਏ ਮੋਤ ਜਨ ਸੁਣ ਭਗਨੀ, ਰਾਜ ਸਨਹਿਸੇ ਬੰਦੇ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮੋਹ ਸ਼ਬਦ ਸੁਣੇ, ਆਖਣ ਲੱਗੇ, ਭੈਣ ਜੀ ਮੋਹ ਨੂੰ ਛੱਡਣਾ ਹੀ ਚੰਗਾ ਏ। ਮੋਹ ਇੱਕ ਇਹੋ ਜੀ ਰੱਸੀ ਹੈ ਜਿਹੜੀ ਸਦਾ ਬੰਨੀ ਰਹਿੰਦੀ ਹੈ, ਕਦੇ ਟੁੱਟਣ ਨਹੀਂ ਦਿੰਦੀ। ਇਸ ਰੱਸੀ ਵਿੱਚ ਬੰਨਿਆ ਵਿਅਕਤੀ ਹਮੇਸ਼ਾ ਦੁਖਦਾਈ ਹੁੰਦਾ ਹੈ। ਮੋਹ ਦੀਆਂ ਤੰਦਾਂ ਤੁਸੀਂ ਵੀ ਛੱਡਦੇ ਹੋ। ਆਪਾਂ ਨਾ ਕਦੇ ਇਕੱਠੇ ਆਏ ਤੇ ਨਾ ਕਦੇ ਕਿਸੇ ਇਕੱਠਿਆਂ ਜਾਣਾ। ਆਖੋ ਸਤਨਾਮ। ਮਹਾਰਾਜ ਕਹਿੰਦੇ ਮੋਹ ਨਹੀਂ ਕਰਨਾ, ਜਿਸਮ ਦਾ ਮੋਹ ਨਹੀਂ ਕਰਨਾ, ਭਾਵੇਂ ਭਰਾ ਹੀ ਕਿਉਂ ਹੈ, ਪਿਤਾ ਵੀ ਕਿਉਂ ਨਹੀਂ, ਮਾਂ ਵੀ ਕਿਉਂ ਨਹੀਂ, ਸਰੀਰਾਂ ਦਾ ਮੋਹ ਤੁਸੀਂ ਨਾ ਕਰੋ। ਸਾਨੂੰ ਜਾਣ ਦਿਓ, ਜਾਣ ਦੀ ਆਗਿਆ ਦਿਓ। ਗੁਰੂ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਕਹਿ ਹੀ ਦਿੱਤਾ ਵੀ ਜਿੱਥੇ ਵੀ ਯਾਦ ਕਰੋਗੇ ਅਸੀਂ ਉੱਥੇ ਹਾਜ਼ਰ ਹੋਵਾਂਗੇ। ਫਿਰ ਸਰੀਰ ਕਰਕੇ ਦੂਰ ਹੋਣਾ ਨੇੜੇ ਹੋਣਾ ਕੋਈ ਫਰਕ ਪੈਂਦਾ ਨਹੀਂ। ਨਹਿ ਨਕੀਤ ਤੇ ਨਿਕਸਨ ਪਾਵੇ, ਅਸ਼ਟ ਜਾਮ ਫਸ ਤੰਦੇ। ਮਹਾਰਾਜ ਨੇ ਸਪਸ਼ਟ ਬਚਨ ਕਹਿ ਦਿੱਤੇ, ਭੈਣ ਜੀ ਅੱਜ ਮੋਹ ਦਾ ਵਾਸਤਾ ਪਾ ਕੇ ਰੋਕੋਗੇ, ਅਸੀਂ ਇੱਕ ਕਦਮ ਵੀ ਇਸ ਘਰ ਦੇ ਦਰਵਾਜ਼ੇ ਤੋਂ ਬਾਹਰ ਪੱਟ ਨਹੀਂ ਸਕਦੇ। ਫਿਰ ਅਸੀਂ 8 ਤਰ੍ਹਾਂ ਦੇ ਬੰਧਨਾਂ 'ਚ ਬੰਦੇ ਰਹਿ ਜਾਵਾਂਗੇ। ਮੋਹ ਵਾਲਾ ਬੰਦਾ ਘਰ ਛੱਡ ਸਕਦਾ ਹੈ? ਮੋਹ 'ਚ ਫਸਿਆ ਬੰਦਾ ਜ਼ਿੰਦਗੀ 'ਚ ਕਦੇ ਸੁਖੀ ਹੋ ਸਕਦਾ ਹੈ? ਮੋਈਆ ਨਾ ਸੁਖੀ ਸੀ, ਨਾ ਹੈ, ਨਾ ਉਹਨੇ ਕਦੇ ਹੋਣਾ। ਇਹ ਤੇ ਗੁਰਬਾਣੀ ਕਹਿ ਰਹੀ ਹੈ। ਗੁਰੂ ਪਾਤਸ਼ਾਹ ਕਹਿੰਦੇ ਸਾਨੂੰ ਮੋਹ ਦੀਆਂ ਤੰਦਾਂ 'ਚ ਨਾ ਬੰਨੋ। ਭੈਣ ਜੀ ਸਾਡੇ ਤੋਂ ਦਰਵਾਜ਼ਾ ਨਹੀਂ ਟੱਪਿਆ ਜਾਣਾ, ਕਦਮ ਪੁੱਟਿਆ ਨਹੀਂ ਜਾਣਾ। ਅਸੀਂ ਮੋਹ ਵਿੱਚ ਪਰਿਵਾਰ ਪਾਲਣ ਨਹੀਂ ਆਏ,
ਤੁਸੀਂ ਭਲੀ ਪ੍ਰਕਾਰ ਜਾਣਦੇ ਹੋ। ਧਾਰਿਓ ਰਤੀਰ ਵਿਚਾਰ ਬਵੇਕੋ ਸਿਮਰਨ ਤੇ ਮੈਂ ਆਵੋ। ਭੈਣੇ ਇੰਨਾ ਗਿਆਨ ਤੁਹਾਡੇ ਕੋਲੇ ਹੈ, ਗਿਆਨ ਹੁੰਦਿਆਂ ਜੇ ਵਰਤਿਆ ਇਹਨਾਂ ਤੇ ਲਾਭ ਕੀ ਹੈ? ਸੋਚੋ ਵਿਵੇਕ ਨਾਲ, ਗਿਆਨ ਨਾਲ ਸੋਚੋ। ਅਸੀਂ ਤੁਹਾਡੇ ਤੋਂ ਦੂਰ ਨਹੀਂ ਆ। ਜਦ ਜਦ ਚੇਤੇ ਕਰੋਗੇ, ਜਿਸ ਪਲ ਕਰੋਗੇ, ਉਹ ਅਜੇ ਖਿਆਲ ਹਿਰਦੇ ਤੋਂ ਦਿਮਾਗ ਤੱਕ ਆਊ, ਅਸੀਂ ਸਾਹਮਣੇ ਹੋਵਾਂਗੇ। ਆਖੋ ਸਤਨਾਮ। ਤੁਹਾਨੂੰ ਗਮ ਕਿਸ ਚੀਜ਼ ਦਾ ਹੈ? ਹਾਂ, ਤੁਸੀਂ ਯਾਦ ਕਰੋ, ਅਸੀਂ ਕਦੇ ਨਾ ਆਈਏ, ਇਹ ਦੁੱਖ ਹੋਏਗਾ। ਵਾਦਾ ਕਰਦੇ ਹਾਂ, ਸਰੀਰ ਕਰਕੇ ਦੂਰ ਜ਼ਰੂਰ ਹਾਂ, ਪਰ ਮਨ ਕਰਕੇ, ਹਿਰਦੇ ਕਰਕੇ ਸਦਾ ਨੇੜੇ ਹੋਵਾਂਗੇ। ਮੋਹ ਦੇ ਬੰਧਨਾਂ ਵਿੱਚ ਸਾਨੂੰ ਨਾ ਬੰਨੋ। ਅੱਜ ਅਸੀਂ ਜਾਣਾ ਚਾਹੁੰਦੇ ਹਾਂ। ਦੇਸ਼ ਵਿਦੇਸ਼ ਦੇਖਣੇ ਇੱਛਾ ਲੈਨ ਦੇਸ਼ ਤੁਮ ਜਾਵੋ। ਭੈਣ ਜੀ ਬੜੇ ਪਿਆਰ ਚ ਰੋ ਰੋ ਕੇ ਪੁੱਛਦੇ, ਸਤਿਗੁਰ ਕਿਹੜੇ ਦੇਸ਼ ਜਾਓਗੇ, ਕਿਉਂ ਜਾਓਗੇ? ਗੁਰੂ ਸਾਹਿਬ ਕਹਿੰਦੇ, ਭੈਣ ਜੀ ਦੇਸ਼ਾਂ ਨੂੰ, ਵਿਦੇਸ਼ਾਂ ਨੂੰ ਵੇਖਣ ਦਾ ਚਾਅ ਏ, ਉਤਸ਼ਾਹ ਏ ਮਨ ਵਿੱਚ। ਬੜੇ ਕਾਰਨ ਨੇ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੁਣ ਸਮੁੱਚੇ ਬ੍ਰਹਿਮੰਡ ਦੀ ਯਾਤਰਾ ਕਰਨੀ ਹੈ। ਸਿੱਖ ਕੌਮ ਕੋਲ ਤੇ ਸਿਰਫ 4 ਉਦਾਸੀਆਂ ਦਾ ਜ਼ਿਕਰ ਹੈ। ਅਸੀਂ ਤੇ ਲੋਕਾਂ ਨੂੰ ਉਹ ਵੀ ਨਹੀਂ ਸੁਣਾ ਸਕੇ, ਉਹ ਵੀ ਨਹੀਂ ਪੂਰੀਆਂ ਸੁਣਾਈਆਂ। 4 ਉਦਾਸੀਆਂ ਦੱਸੋ ਕਿਹਨੂੰ ਪਤਾ ਨੇ? ਕਿੱਥੇ ਕਿੱਥੇ ਗੁਰੂ ਸਾਹਿਬ ਗਏ? ਜੇ ਕਿਸੇ ਨੂੰ ਪਤਾ ਵੀ ਹੈ, 20-25 ਸ਼ਹਿਰਾਂ, ਸਟੇਟਾਂ, ਦੇਸ਼ਾਂ ਦੇ ਨਾਂ ਲੈ ਕੇ ਬੋਲ ਦਈਦੇ ਇੱਥੇ ਇੱਥੇ ਜਾ ਕੇ ਆਏ ਆ। ਨਾ ਭਾਈ, ਨਾ ਬ੍ਰਹਿਮੰਡਾਂ ਦੇ ਮਾਲਕ ਨੇ। ਜਿੱਥੇ ਤੱਕ ਅਸੀਂ ਲੱਖਾਂ ਜਨਮ ਲੈ ਕੇ ਸੋਚ ਵੀ ਨਹੀਂ ਸਕਦੇ ਨਾ, ਕੋਈ ਉੱਥੇ ਵੀ ਫੇਰੀਆਂ ਪਾਇਆ ਏ, ਉੱਥੇ ਵੀ ਜਾਇਆ ਏ। ਗੁਰੂ ਸਾਹਿਬ ਕਹਿੰਦੇ, ਭੈਣ ਜੀ ਜਾਣਾ ਅਸੀਂ ਜ਼ਰੂਰ ਹੈ, ਪਰ ਜਾਣਾ ਵੀ ਤੁਹਾਡੀ ਆਗਿਆ ਨਾਲ ਹੈ। ਆਗਿਆ ਦਿਓ ਸਾਨੂੰ, ਪਿਆਰ ਦੇ ਬਚਨ ਆਖੋ ਵੀ ਨਾਨਕ ਜੀ ਤੁਸੀਂ ਜਾ ਸਕਦੇ ਹੋ, ਸਾਡਾ ਆਸ਼ੀਰਵਾਦ ਤੁਹਾਡੇ ਨਾਲ ਹੈ। ਦੇਖੋ ਆਹ ਸਤਿਕਾਰ ਹੈ ਵੱਡਿਆਂ ਦਾ। ਜਾਣ ਨੂੰ ਸਤਿਗੁਰ ਜਾ ਸਕਦੇ ਆ। ਜਿਨ੍ਹਾਂ ਨੇ ਆਪਣੀ ਪਤਨੀ ਦੀ ਪਰਵਾਹ ਨਹੀਂ ਕੀਤੀ, ਮਾਪਿਆਂ ਦੀ ਨਹੀਂ ਕੀਤੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਭਾਈ ਮਰਦਾਨੇ ਨੂੰ ਕਹਿੰਦੇ ਸੀ ਰਬਾਬ ਰੱਖ ਘਰੇ ਭੱਜ ਓਏ, ਨਹੀਂ ਰਹਿਣਾ ਨਾ ਰਹਿ। ਭੈਣ ਜੀ ਨੂੰ ਕੀ ਕਹਿ ਰਹੇ ਆ? ਕੋਈ ਮੋਹ ਥੋੜੀ ਆ ਵੀ ਭੈਣ ਆਪਣੀ ਤਾਂ ਮਿੰਨਤਾਂ ਕਰਦੇ, ਨਹੀਂ, ਉਹ ਬੰਦਗੀ ਵਾਲੀ ਰੂਹ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਹੋਏ ਨੇ ਬੇਬੇ ਨਾਨਕੀ ਜੀ, ਪੂਰਨ ਸਿੱਖ। ਸਾਡੇ ਵਰਗੇ ਸਿੱਖ ਨਹੀਂ, ਪੂਰਨ ਸਿੱਖ। ਇਸ ਕਰਕੇ ਸਤਿਗੁਰ ਆਗਿਆ ਮੰਗਦੇ ਆ। ਕਹਿੰਦੇ ਭੈਣ ਜੀ ਵਕਤ ਜਾਇਆ ਨਾ ਕਰੋ, ਸਾਨੂੰ ਜਾਣ ਦੀ ਆਗਿਆ ਦੇ ਦਿਓ। ਓ ਬਿਦ ਬਦਤ ਬਚਨ ਦੇ ਧੀਰਾ ਦਏ ਕਾਰ ਖਿਕ ਸੋ। ਇੰਨੇ ਨੂੰ ਭਾਈ ਮਰਦਾਨਾ ਜੀ ਨੇ ਭੈਣ ਜੀਆਂ ਨੂੰ 20 ਰੁਪਏ ਧੱਕੇ ਨਾਲ ਫੜਾ ਦਿੱਤੇ। ਕਹਿੰਦੇ ਭੈਣ ਜੀ ਰੱਖੋ। ਬੇਬੇ ਜੀ ਕਹਿੰਦੇ ਮਰਦਾਨਿਆ, ਜੇ ਤੁਸੀਂ ਦੇਸ਼ ਵਿਦੇਸ਼ ਚੱਲੇ ਹੋ ਤੇ ਇਹਨਾਂ ਨਾਲ ਕੀ ਬਣਨਾ, ਹੋਰ ਲੈ ਜਾਓ। ਸਤਿਗੁਰ ਕਹਿੰਦੇ ਬਿਨਾ ਮਾਇਆ ਤੋਂ ਯਾਤਰਾ ਕਰਨੀ। ਆਖੋ ਸਤਨਾਮ। ਬਿਨਾ ਮਾਇਆ। ਉਹ ਗੁਰੂ ਨਾਨਕ ਸਾਹਿਬ ਹੀ ਸੀ। ਆਪਾਂ ਤੇ ਇੱਥੋਂ ਨਾ 7 ਫੇਸ ਤੋਂ ਲੈ ਕੇ 10 ਫੇਸ ਤੱਕ ਜਾਣਾ ਹੋਵੇ ਤੇ ਉਹਦੇ ਲਈ ਵੀ ਜਾਂ ਬਾਈਕ ਗੱਡੀ 'ਚ ਪੈਟਰੋਲ ਚਾਹੀਦਾ, ਜਾਂ ਜੇਬ 'ਚ ਪੈਸੇ ਚਾਹੀਦੇ ਆ ਜਾਣ ਲਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਿਨਾ ਮਾਇਆ ਤੋਂ ਯਾਤਰਾ ਕਰਦੇ ਆ। ਕਿਉਂ? ਕਿਉਂਕਿ ਮਾਇਆ ਦੇ ਪਤੀ ਨੇ, ਮਾਲਕ ਨੇ, ਪਰਮੇਸ਼ਵਰ ਨੇ। ਮਾਇਆ ਤੇ ਉਹਨਾਂ ਨੇ ਸਾਜੀ ਹੋਈ ਹੈ। ਮਰਦਾਨਾ ਜੀ ਨੂੰ ਦੱਸਦੇ ਆ, ਮਾਇਆ ਸਾਡੇ ਕੰਮ ਨਹੀਂ ਆਉਣੀ। ਆਖੋ ਸਤਨਾਮ। ਵੇਖੀ ਮਰਦਾਨਿਆ ਕਿਤੇ ਮੋਹ ਨਾ ਪਾ ਕੇ ਬਹਿ ਜੀ। ਤੇ ਗੁਰੂ ਸਾਹਿਬ ਦੀ ਐਸੀ ਨਜ਼ਰਸਾਨੀ ਹੋਈ ਭਾਈ ਮਰਦਾਨੇ ਤੇ, ਉਹਨੇ ਮਾਇਆ ਉਸੇ ਵੇਲੇ ਮੋੜਤੀ। ਕਿਹਾ ਸੀ ਨਾ ਮਰਦ ਨੇ, ਕਹਿੰਦੇ ਸਿੱਖ ਭਾਵੇਂ ਬਣ ਗਿਆ, ਰਹਿ ਗਿਆ ਮਰਾਸੀ। ਓਏ ਤੂੰ ਮਰਾਸੀਆਂ ਵਾਂਗੂ ਮੰਗਣਾ ਨਹੀਂ ਛੱਡਿਆ, ਤੈਨੂੰ ਮੰਗਣ ਦੀ ਆਦਤ ਨਹੀਂ ਗਈ, ਹਰ ਇੱਕ ਦੇ ਅੱਗੇ ਹੱਥ ਅੱਡ ਲੈਨੇ। ਓਏ ਉਸੇ ਦਿਨ ਤੋਂ ਭਾਈ ਮਰਦਾਨੇ ਨੇ ਸੋਚ ਲਿਆ, ਜ਼ਿੰਦਗੀ ਬਚਾਉਣ ਲਈ 2 ਫੁਲਕਿਆਂ ਦੀ ਲੋੜ ਹੈ, ਮੈਂ ਮਾਇਆ ਕੀ ਕਰਨੀ ਹੈ। ਅੱਜ ਉਹ ਮਾਇਆ ਵਾਪਸ ਕੀਤੀ। ਬੇਬੇ ਨਾਨਕੀ ਜੀ ਤੋਂ ਸਤਿਗੁਰ ਆਗਿਆ ਮੰਗਦੇ, ਕਹਿੰਦੇ ਭੈਣ ਜੀ ਸਾਨੂੰ ਹੁਣ ਆਗਿਆ ਦੇ ਦਿਓ, ਪਿਆਰ ਨਾਲ ਕਿਰਪਾ ਦੇ ਬਚਨ ਕਹਿ ਦਿਓ, ਤਾਂ ਜੋ ਅਸੀਂ ਆਪਣੇ ਮਿਸ਼ਨ ਤੇ, ਆਪਣੇ ਸਫ਼ਰ ਤੇ ਨਿਕਲ ਸਕੀਏ। ਲੈ ਕਰ ਵਿਦਾ ਚਲੇ ਦੁਖ ਭੰਜਨ ਮਰਦਾਨਾ ਸੰਗ ਦੋ। ਤੇ ਭਾਈ ਮਰਦਾਨਾ ਕੋਲ ਖੜੇ ਹੈਰਾਨ ਨੇ ਵੀ ਮੈਂ ਤੇ ਆਇਆ ਸੀ ਗੁਰੂ ਸਾਹਿਬ ਨੂੰ ਖਬਰ ਲੈਣ। ਬਾਬਾ ਜੀ ਕਹਿੰਦੇ ਚੱਲ ਵਿਦੇਸ਼ ਚੱਲੀਏ। ਇਹ ਕਿਹੜੀ ਯਾਤਰਾ ਹੈ? ਪੈਸੇ ਵੀ ਕਢਾਤੇ, ਰਬਾਬ ਵੀ ਚੁਕਾ ਲਈ, ਦੱਸਿਆ ਵੀ ਕਿੱਥੇ ਨਹੀਂ, ਕਿੱਥੇ ਜਾਣਾ ਇਹ ਵੀ ਨਹੀਂ ਦੱਸਿਆ। ਤੇ ਦੱਸ ਵੀ ਉਦੋਂ ਰਹੇ ਨੇ ਜਦੋਂ ਘਰੇ ਆਏ ਆ ਨਾ ਸੁਭਾਵਿਕ ਪ੍ਰਸ਼ਾਦਾ ਛਕਣ। ਕਹਿੰਦੇ ਚੱਲ ਮਰਦਾਨਿਆਂ ਚੱਲੀਏ। ਆਖੋ ਸਤਨਾਮ। ਤੇ ਉਹ ਸਿੱਖ ਐਡਾ ਪੱਕਾ ਸੀ, ਉਹਨੇ ਇੱਕ ਵਾਰ ਵੀ ਨਹੀਂ ਕਿਹਾ ਬਾਬਾ ਜਾਣਾ ਕਿੱਥੇ ਹੈ, ਵੀ ਜੇ ਇੱਧਰ ਨੂੰ ਜਾਣਾ ਤੇ ਪਿੰਡ ਵਾਲੇ ਪਾਸੇ ਉਹ ਚੱਲਦੇ ਆ, ਜਾਂਦੇ ਜਾਂਦੇ ਮਿਲ ਚੱਲਦੇ ਆ। ਨਾ ਜੀ ਨਾ, ਆਪਾ ਹੀ ਸੌਂਪਿਆ ਹੋਇਆ।
ਭਾਈ ਮਰਦਾਨਾ ਜੀ ਬੜੇ ਅਚਰਜ ਸਨ, ਪਲਾਂ ਵਿੱਚ ਖੜਿਆਂ ਫੈਸਲਾ ਕਰ ਲਿਆ। ਹੁਣ ਤੱਕ ਤੇ ਜੰਗਲਾਂ 'ਚ ਬੈਠੇ ਸੀ, ਮੈਨੂੰ ਕਹਿੰਦੇ ਸੀ ਭਾਜਾ ਮਰਦਾਨਿਆ ਰਵਾਬ ਭੈਣ ਜੀ ਨੂੰ ਘਰੇ ਫੜਾ ਦੇ, ਜਿੱਥੇ ਤੇਰਾ ਜੀ ਕਰਦਾ ਉੱਥੇ ਜਾ, ਜੇ ਤੂੰ ਘਰ ਜਾ ਕੇ ਸੁਖੀ ਘਰੇ ਜਾ। ਜਦੋਂ ਸਤਿਗੁਰ ਕਹਿੰਦੇ ਸੀ ਮਰਦਾਨਿਆ ਚਲਿਆ ਜਾ, ਉਦੋਂ ਤੇ ਕੁਝ ਦੱਸਿਆ ਨਹੀਂ ਮਰਦ ਨੇ ਆਪਾਂ ਜਾਣਾ ਹੈ। ਦੇਖੋ ਕਿੱਡੀਆਂ ਖੇਡਾਂ ਨੇ। ਸੋਚਦਾ ਵੀ ਜੇ ਮੈਂ ਚਲਿਆ ਜਾਂਦਾ ਇਹਦਾ ਮਤਲਬ ਗੁਰੂ ਸਾਹਿਬ ਨੇ ਤੇ ਜਾਣਾ ਹੀ ਜਾਣਾ ਸੀ, ਮੈਨੂੰ ਛੱਡ ਜਾਂਦੇ। ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਸਤ ਬਚਨ। ਗੁਰੂ ਸਾਹਿਬ ਕਹਿੰਦੇ ਭੈਣ ਜੀ ਆਗਿਆ ਦਿਓ। ਆਗਿਆ ਮੰਗੀ ਹੈ, ਬੜੇ ਪਿਆਰ ਨਾਲ ਆਖਣ ਲੱਗੇ, ਕਹਿੰਦੇ ਸਤਿਗੁਰੂ ਅਸੀਂ ਕਲਯੁਗੀ ਜੀਵ ਹਾਂ, ਆਗਿਆ ਦੇਣ ਵਾਲੇ ਕੌਣ ਆ? ਤੁਸੀਂ ਆਪਣੀ ਮੌਜ ਦੇ ਰਜਾ ਦੇ ਮਾਲਕ ਹੋ, ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਮੈਨੂੰ ਪਤਾ ਹੈ ਜਿਸ ਮਕਸਦ ਲਈ ਤੁਸੀਂ ਆਏ ਹੋ ਨਾ ਉਹ ਪੂਰਾ ਹੀ ਇਦਾਂ ਹੋਣਾ। ਆਖੋ ਸਤਨਾਮ। ਅੰਦਰ ਦੀ ਸੁਰਤ ਕਹਿੰਦੀ ਤੁਸੀਂ ਜਾ ਸਕਦੇ ਹੋ। ਜੈ ਰਾਮ ਜੀ ਦੇ ਚਰਨੀ ਹੱਥ ਲਾਏ, ਤੁਲਸਾਂ ਦਾਸੀ ਨੂੰ ਹੱਥ ਜੋੜ ਸੀਸ ਨਵਾਇਆ। ਇਸ ਘਰ ਦੀ ਉਹ ਕੰਮ ਵਾਲੀ ਹੈ। ਕੰਮ ਵਾਲੀ ਵੀ ਕਾਹਦੀ ਹੈ ਜੀ? ਇਸ ਘਰ ਦੀ ਮਾਲਕ ਹੈ ਤੁਲਸਾਂ ਦਾਸੀ। ਤੁਲਸਾਂ ਦਾਸੀ ਆਉਣ ਵਾਲੇ ਸਮੇਂ 'ਚ ਬ੍ਰਹਮ ਗਿਆਨੀ ਹੋਏਗੀ। ਇੱਕ ਸਮਾਂ ਐਸਾ ਆਏਗਾ ਇਹ ਤੁਲਸਾਂ ਨੇ ਤੁਲਸਾਂ ਨਹੀਂ ਰਹਿਣਾ, ਪੂਰਨ ਬ੍ਰਹਮ ਗਿਆਨੀ ਹੋ ਜਾਣਾ ਹੈ। ਉਹ ਘਟਨਾ ਅੱਗੇ ਜਾ ਕੇ ਆਉਣੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਚੱਲ ਫਿਰ ਚੱਲੀਏ। ਕਹਿੰਦੇ ਚਲੋ ਪਾਤਸ਼ਾਹ। ਸੁੱਖ ਨਾਲ ਭਾਈ ਮਰਦਾਨਾ ਜੀ ਨੇ ਬੜਾ ਸੋਹਣਾ ਚੋਲਾ ਪਾਇਆ ਸੀ ਅੱਜ, ਜੋ ਜੈ ਰਾਮ ਜੀਆਂ ਨੇ ਦਿੱਤਾ ਹੈ। ਹੁਣ ਆਇਆ ਖਿਆਲ ਮਨ 'ਚ ਵੀ ਜੈ ਰਾਮ ਜੀਆਂ ਨੇ ਚੋਲਾ ਐਵੇਂ ਨਹੀਂ ਦਿੱਤਾ, ਖੇਡਾਂ ਗੁਰੂ ਨਾਨਕ ਦੀਆਂ ਨੇ। ਆਖੋ ਸਤਨਾਮ। ਖੇਡ ਵਰਤੀ ਹੈ ਤਾਂ ਸੋਹਣੇ ਵਸਤਰ ਮਿਲੇ ਆ। ਗੁਰੂ ਸਾਹਿਬ ਜੀ ਨੇ ਆਗਿਆ ਮੰਗੀ ਹੈ, ਸਾਰਾ ਪਰਿਵਾਰ ਅੱਖਾਂ ਭਰ ਕੇ ਖੜਿਆ ਏ। ਬਿਰਹਿ ਪੀਰ ਤੇ ਰੋਦਤ ਭਗਨੀ, ਰਾਖਣ ਬਸ ਨਹਿ ਚਲਈ। ਕਹਿੰਦੇ ਬਿਰਹੇ ਦੀ ਪੀੜਾ ਨਾਲ, ਅੰਦਰ ਦੇ ਵਿਰਾਗ ਨਾਲ, ਟੁੱਟਣ ਤੇ ਦੁੱਖ ਤੋਂ, ਵਿਛੋੜੇ ਤੋਂ ਭੈਣ ਨਾਨਕੀ ਬਹੁਤ ਰੋਏ, ਬਹੁਤ ਰੋਏ। ਰੋਂਦਿਆਂ ਰੋਂਦਿਆਂ ਸਤਿਗੁਰ ਨੂੰ ਰੋਕ ਨਹੀਂ ਸਕੇ, ਬੇਵੱਸ ਸਨ। ਇੱਕ ਪਲ ਗੁਰਾਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ, ਇੱਕ ਪਲ। ਇੰਨਾ ਪ੍ਰੇਮ ਸੀ ਸਤਿਗੁਰਾਂ ਨਾਲ। ਕਿਤੇ ਗੁਰੂ ਸਾਹਿਬ ਆਉਂਦੇ ਜਾਂਦੇ ਰਹਿਣ, ਦਰਸ਼ਨ ਦਿੰਦੇ ਰਹਿਣ, ਪਰ ਇੱਕ ਮਜਬੂਰੀ ਸੀ। ਮਜਬੂਰੀ ਵੀ ਕਾਹਦੀ? ਉਹ ਜਾਣਦੇ ਆ ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਤੇ ਕਿਉਂ ਆਏ ਆ। ਇਹਨਾਂ ਦੇ ਆਉਣ ਦਾ ਕਾਰਨ ਕੀ ਸੀ? ਕਾਰਨ ਇਹੀ ਸੀ ਦੁਨੀਆ ਨੂੰ ਤਾਰਨਾ, ਜੱਗ ਦਾ ਉਧਾਰ ਕਰਨਾ। ਬੇਬਸੀ ਅੱਖਾਂ ਵਿੱਚ ਦਿਸਦੀ ਹੈ, ਚਾਹ ਕੇ ਵੀ ਰੋਕ ਨਹੀਂ ਸਕਦੇ। ਕਹਿਤ ਸੰਤੋਖ ਸਿੰਘ ਪਾਪੂਰਨ ਧਿਆਏ, ਦੁਖ ਦਲ ਮਲਈ। ਮਹਾਕਵੀ ਭਾਈ ਸੰਤੋਖ ਸਿੰਘ ਆਖਣ ਲੱਗੇ ਸੰਗਤ ਜੀ ਇੱਥੇ ਇਹ ਇਤਿਹਾਸ ਦਾ ਪ੍ਰਸੰਗ ਸੰਪੂਰਨ ਹੋਇਆ। ਸੁਲਤਾਨਪੁਰ ਲੋਧੀ ਦੀ ਕਥਾ ਅੱਜ ਸਮਾਪਤ ਹੈ। ਕਹਿੰਦੇ ਇਹਨਾਂ ਪ੍ਰਸੰਗਾਂ ਦੇ ਵਿੱਚ ਮੈਂ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਕਥਨ ਨੂੰ ਕਥਿਆ ਹੈ, ਸ਼ਰਧਾ ਦੇ ਨਾਲ, ਵੀ ਸੁਲਤਾਨਪੁਰ ਨਗਰ ਵਿੱਚ ਮਰਦ ਨੇ ਕੀ ਕੀ ਖੇਡਾਂ ਵਰਤਾਈਆਂ, ਕੀ ਕੀ ਚੋਜ ਵਰਤਾਏ। ਇੱਕ ਇੱਕ ਪਲ ਉਸ ਵੇਲੇ ਦਾ ਲਿਖਿਆ ਹੈ। ਕਹਿੰਦੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਹੁਣ ਦੁਨੀਆ ਤੇ ਨਾਮ ਦਾ ਛਿੱਟਾ ਦੇਣ ਚੱਲੇ ਆ। ਬੜੇ ਪਿਆਰ ਵਿੱਚ ਸ਼ੁਕਰਾਨਾ ਕਰਦੇ ਮਹਾਕਵੀ ਭਾਈ ਸੰਤੋਖ ਸਿੰਘ ਪ੍ਰਸੰਗ ਅਧਿਆਏ ਦੀ ਸਮਾਪਤੀ ਕਰਦੇ ਨੇ। ਦੋਹਰਾ ਸਾਗਰ ਸ੍ਰੀ ਨਾਨਕ ਚਰਿਤ, ਬਾਲਾ ਮੰਦਰ ਰੂਪ। ਨਵੇਂ ਪ੍ਰਸੰਗ ਦੀ ਆਰੰਭਤਾ ਕਰਦੇ ਬੜਾ ਸੋਹਣਾ ਦੋਹਰਾ ਲਿਖਦੇ ਆ ਇੱਕ ਛੰਦ ਦੇ ਰੂਪ ਦੇ ਵਿੱਚ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਇੱਕ ਸਾਗਰ ਸਮੁੰਦਰ ਹੈ। ਭਾਈ ਬਾਲਾ ਜੀ ਜੋ ਕਥਾ ਸੁਣਾ ਰਹੇ ਆ ਉਹ ਹੈ ਮਧਿਆਚਲ ਪਰਬਤ। ਇਹ ਭਾਰਤ ਦੀ ਧਰਤੀ ਤੇ 4 ਤਰ੍ਹਾਂ ਦੇ ਪਰਬਤ ਨੇ, ਵੈਸੇ 5 ਮੰਨੇ ਜਾਂਦੇ ਆ। ਅਰੁਣਾਚਲ, ਵਿਧਿਆਚਲ, ਜਿਨ੍ਹਾਂ 'ਚ ਮਧਿਆਚਲ, ਇਹ ਕਈ ਪਰਬਤ ਨੇ, ਸ਼੍ਰਿੰਖਲਾ ਨੇ ਪਰਬਤਾਂ ਦੀਆਂ। ਕਹਿੰਦੇ ਮਧਿਆਚਲ ਪਰਬਤ ਇੱਕ ਐਸਾ ਪਰਬਤ ਹੈ ਜਿਹਦੇ ਵਿੱਚ ਜਿਹਨੂੰ ਸੁਮੇਰ ਪਰਬਤ ਕਹਿੰਦੇ ਆ, ਉਹ ਮਧਿਆਚਲ ਦਾ ਹਿੱਸਾ ਹੈ। ਜਦ ਕਹਿੰਦੇ ਦੇਵਤਿਆਂ ਤੇ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਰਿੜਕਿਆ ਸੀ ਨਾ, ਉਹ ਰਿੜਕਣ ਵਾਲੀ ਮਧਾਣੀ ਸੀ ਸੁਮੇਰ ਪਰਬਤ। ਗੁਰੂ ਨਾਨਕ ਸਾਹਿਬ ਮਹਾਰਾਜ ਸਮੁੰਦਰ ਨੇ ਤੇ ਭਾਈ ਬਾਲਾ ਜੀ ਕਹਿੰਦੇ ਸੁਮੇਰ ਪਰਬਤ ਨੇ। ਦੇਖੋ ਕਿੰਨੀ ਸੋਹਣੀ ਕਥਾ ਦੀ ਆਰੰਭਤਾ ਕਰਦੇ, ਕਿਉਂਕਿ ਇਹ ਜਿਹੜੀ ਕਥਾ ਹੁਣ ਆਰੰਭ ਹੋਣੀ ਹੈ ਨਾ, ਇਹ ਬੜੀ ਅਲੌਕਿਕ ਹੈ, ਬੜੀ ਅਚਰਜ ਹੈ। ਇਸ ਕਰਕੇ ਉਹ ਦੱਸ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਇੱਕ ਸਮੁੰਦਰ ਹੈ। ਸਮੁੰਦਰ ਵਿਸ਼ਾਲ ਹੁੰਦੇ ਆ, ਉਹਨਾਂ ਦੀ ਮਿਣਤੀ ਨਹੀਂ ਕੀਤੀ ਜਾ ਸਕਦੀ ਸਾਗਰਾਂ ਤੇ ਸਮੁੰਦਰਾਂ ਦੀ।
ਕਹਿੰਦੇ ਗੁਰੂ ਸਾਹਿਬ ਦੀ ਮਹਿਮਾ ਸਮੁੰਦਰ ਦੀ ਨਿਆਈ ਹੈ। ਪ੍ਰੇਮ ਸ਼ੀਸ਼ ਨੀਤੀ ਭਈ ਕੀਨੋ ਮਥਨ ਅਨੂਪ। ਪ੍ਰੇਮ ਰੂਪੀ ਸ਼ੇਸ਼ ਨੇਤੀ ਭਏ, ਸ਼ੇਸ਼ਨਾਗ ਵਰਗੇ। ਕਹਿੰਦੇ ਸੀ ਨਾ ਵੀ ਜਦੋਂ ਸੁਮੇਰ ਪਰਬਤ ਨੂੰ ਮਧਾਣੀ ਬਣਾਈ ਹੈ, ਗੁਰੂ ਸਾਹਿਬ ਨੇ ਬਾਣੀ 'ਚ ਵੀ ਜ਼ਿਕਰ ਕੀਤਾ ਹੈ, ਉਹ ਰੱਸੀਆਂ ਕਿੱਥੋਂ ਲੈ ਕੇ ਆਏ? ਕਹਿੰਦੇ ਸ਼ੇਸ਼ਨਾਗ ਲਪੇਟ ਲਿਆ, ਬਸ ਫੜ ਕੇ ਦੇਵਤੇ ਇੱਕ ਪਾਸੇ ਖਿੱਚਦੇ, ਦੂਜੇ ਪਾਸੇ ਰਾਖਸ਼ ਖਿੱਚਦੇ ਆ। ਜਿਉਂ-ਜਿਉਂ ਸਮੁੰਦਰ ਮਥਨ ਕਰਦੇ ਰਹੇ 14 ਰਤਨ ਨਿਕਾਲੇ ਉਹਨਾਂ। ਬਾਣੀ ਲਿਖ ਰਹੀ ਹੈ, ਕਹਿੰਦੇ 14 ਰਤਨ ਨਿਕਲੇ ਸੀ ਸਮੁੰਦਰ ਰੜਕਿਆ ਤੋਂ। ਇੱਥੇ ਕਹਿੰਦੇ ਪ੍ਰੇਮ ਦਾ ਸ਼ੇਸ਼ਨਾਗ ਲਪੇਟਿਆ ਤੇ ਗੁਰਬਾਣੀ, ਸਤਿਗੁਰਾਂ ਦਾ ਗਿਆਨ, ਗੁਰ ਇਤਿਹਾਸ ਤੇ ਗੁਰੂ ਦੀ ਮਹਿਮਾ, ਗੁਰੂ ਦੀ ਜੀਵਨੀ ਦਾ ਇਹ ਸਮੁੰਦਰ ਰਿੜਕਿਆ ਗਿਆ। ਮਧਾਣੀ ਕੌਣ ਹੈ? ਭਾਈ ਬਾਲਾ ਜੀ ਮੱਥ ਰਹੇ ਨੇ। ਤੇ ਨੇਤਰਾ ਕਿਹਨੂੰ ਕਹਿੰਦੇ ਆ? ਨੇਤਰਾ ਪਾਏ ਦੁਹਾਵੈ। ਅੱਗੇ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਬੀਬੀਆਂ ਰਿੜਕਦੀਆਂ ਸੀ ਨਾ, ਲੱਕੜ ਦੀਆਂ ਈਟੀਆਂ ਹੱਥ ਵਿੱਚ ਹੋਣੀਆਂ, ਸਟਿੱਕਾਂ, ਤੇ ਜਿਹੜੀ ਰੱਸੀ ਹੁੰਦੀ ਸੀ ਨਾ ਪਾਈ ਹੋਈ, ਉਹਨੂੰ ਕਿਹਾ ਜਾਂਦਾ ਸੀ ਨੇਤਰਾ। ਗੁਰੂ ਨਾਨਕ ਸਾਹਿਬ ਜੀ ਦੀ ਇਸ ਮਹਿਮਾ ਨੂੰ ਮੱਥ ਰਹੇ ਨੇ ਭਾਈ ਬਾਲਾ ਜੀ। ਕਹਿੰਦੇ ਪ੍ਰੇਮ ਦਾ ਨੇਤਰਾ ਪਾ ਕੇ, ਇਤਿਹਾਸ ਹੈ ਨਾ ਗੁਰ ਇਤਿਹਾਸ, ਇਹ ਪ੍ਰੇਮ ਦੀ ਖੇਡ ਹੈ। ਇਸ ਇਤਿਹਾਸ ਨੂੰ ਸੁਣ ਕੇ ਅੰਦਰੋਂ ਪ੍ਰੇਮ ਪੈਦਾ ਹੁੰਦਾ ਹੈ, ਪਿਆਰ ਪੈਦਾ ਹੁੰਦਾ ਏ। ਸੱਚੀ ਚਿੱਤ ਕਰਦਾ ਆਪਣੇ ਗੁਰੂ ਤੋਂ ਕੁਰਬਾਨ ਹੋ ਜਾਈਏ। ਇਤਿਹਾਸ ਸੁਣ ਕੇ ਬਣਿਆ ਹੋਇਆ ਸਿੱਖ ਕਦੇ ਡੋਲਦਾ ਨਹੀਂ। ਇੰਨੀ ਭਾਵਨਾ ਸਤਿਗੁਰਾਂ ਲਈ ਪ੍ਰਗਟ ਹੁੰਦੀ ਹੈ। ਸੋ ਅੱਜ ਸੰਗਰਾਂਦ ਦਾ ਦਿਹਾੜਾ ਹੈ। ਕਵੀ ਜੀ ਅਗਲੇ ਪ੍ਰਸੰਗਾਂ ਦੀ ਆਰੰਭਤਾ ਕਰ ਰਹੇ ਆ। ਇਹ ਜਿੰਨੇ ਵੀ ਪ੍ਰਸੰਗ ਆਉਣਗੇ ਜੀ, ਹੁਣ ਅੱਗੇ ਸਾਰੇ ਉਦਾਸੀਆਂ ਸ਼ੁਰੂ ਹੋ ਜਾਣੀਆਂ ਨੇ। ਗੁਰੂ ਸਾਹਿਬ ਨਿਕਲਣ ਲੱਗੇ ਆ ਦੁਨੀਆ ਦੇ ਉਧਾਰ ਵਾਸਤੇ, ਕਿਉਂਕਿ ਘਰ ਪਰਿਵਾਰ ਵਿਆਹ ਦੀ ਸਾਰੀ ਕਥਾ ਤੁਸੀਂ ਬੜੇ ਵਿਸਥਾਰ ਸਹਿਤ ਇੱਕ ਇੱਕ ਪਲ ਬਹਿ ਕੇ ਆਨੰਦ ਨਾਲ ਮਾਣੀ ਹੈ। ਮਰਜ ਕਿਰਪਾ ਕਰਦੇ ਰਹਿਣ, ਇਸ ਕਥਾ ਦਾ ਆਨੰਦ ਇਸੇ ਤਰ੍ਹਾਂ ਆਪਾਂ ਮਾਣਦੇ ਰਹੀਏ, ਕਿਉਂਕਿ ਇਹ ਕਥਾ ਬੜੀ ਅਨਮੁੱਲੀ ਹੈ, ਬੇਸ਼ਕੀਮਤੀ ਹੈ। ਜੀਵਨ ਲੰਘ ਗਏ ਲੋਕਾਂ ਦੇ, ਪਰ ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਸੰਪੂਰਨ ਕਥਾ ਨਾ ਸੁਣੀ। ਉਹ ਵਿਰਲੇ ਨੇ ਜਿਨ੍ਹਾਂ ਨੇ ਇੱਕ ਵਾਰ ਸੁਣੀ, 2 ਵਾਰ ਸੁਣੀ, 3 ਵਾਰ ਸੁਣੀ। ਬੜੀਆਂ ਸੰਗਤਾਂ ਇੱਥੇ ਉਹ ਵੀ ਬੈਠੀਆਂ ਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਇਸ ਕਥਾ ਨੂੰ ਸੁਣ ਰਹੇ ਆ। ਪਰ ਉਹ ਕਹਿੰਦੇ ਜਦ ਸੁਣਦੇ ਆ ਇਹਦਾ ਆਨੰਦ ਹੀ ਵੱਖਰਾ ਹੈ, ਨਿਤ ਨਵੀਂ ਹੈ। ਇਸੇ ਕਰਕੇ ਭਾਈ ਸਾਹਿਬ ਕਹਿੰਦੇ, ਕਵੀ ਸੰਤੋਖ ਸਿੰਘ ਕਹਿੰਦੇ ਗੁਰੂ ਦੀ ਕਥਾ ਪ੍ਰੇਮ ਵਾਲੀ ਹੈ, ਹਮੇਸ਼ਾ ਪ੍ਰੇਮ ਦੀ ਉਤਪਤੀ ਕਰਦੀ ਹੈ।